ਤੇ ਤੁਹਾਡਾ ਮਨ ਵੀ ਦਹਿਲ ਜਾਏਗਾ। ਇਹ ਉਹ ਕੁੜੀ ਆ ਜਿਹਦਾ ਟੋਕੇ ਵਿੱਚ ਆ ਕੇ ਹੱਥ ਲੱਥਿਆ ਸੀਗਾ। ਉਹ ਟੋਕੇ ਵਿੱਚ ਆ ਕੇ ਹੱਥ ਲੱਥ ਗਿਆ ਸੀਗਾ, ਪਰ ਹੁਣ ਇਹਦਾ ਹੱਥ ਕੱਟ ਦਿੱਤਾ ਹੈ। ਕੱਟਣ ਪਿੱਛੇ ਜਿੱਡਾ ਵੱਡਾ ਕਾਰਨ ਹੈ ਨਾ, ਅਸੀਂ ਇਹਨੂੰ ਬੱਚੀ ਨੂੰ PGI ਵਿਖੇ ਭੇਜਿਆ, ਚੰਡੀਗੜ੍ਹ PGI। 6 ਘੰਟਿਆਂ ਦੇ ਵਿੱਚ ਚੰਡੀਗੜ੍ਹ PGI ਭੇਜ ਦਿੱਤਾ ਕਿ ਉਹ ਇਹਦਾ ਹੱਥ ਜੋੜ ਦੇਣਗੇ। ਕਿਉਂ ਭੇਜਿਆ ਸੀ ਚੰਡੀਗੜ੍ਹ PGI? ਕਿਉਂਕਿ ਹਰਜੀਤ ਸਿੰਘ ASI ਦਾ ਜਿਹੜਾ ਨਿਹੰਗ ਸਿੰਘਾਂ ਨੇ ਹੱਥ ਵੱਢ ਦਿੱਤਾ ਸੀਗਾ, ਹਰਜੀਤ ਸਿੰਘ ASI ਦਾ, ਉਹਦਾ ਹੱਥ ਜਿਹੜਾ ਸੀਗਾ ਉਹ PGI ਦੇ ਵਿੱਚੋਂ ਹੀ ਜੁੜਿਆ ਸੀਗਾ। ਉਹ ਹੱਥ PGI ਤੋਂ ਹੀ ਜੁੜਿਆ ਸੀਗਾ, ਪਰ ਇਸ ਬੱਚੀ ਦਾ ਹੱਥ ਨਹੀਂ PGI ਤੋਂ ਜੁੜਿਆ, ਕਿਉਂਕਿ ਇਹ ਗਰੀਬ ਬਾਲੜੀ ਵਿਚਾਰੀ, ਇਹ ਗਰੀਬ ਪਰਿਵਾਰ ਦੀ ਮਾਸੂਮ ਧੀ, ਇਹਦਾ ਨਹੀਂ ਜੁੜਿਆ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਬੀਤੇ ਦਿਨੀ ਨਵਤੇਜ ਗੁਰੂ ਹਸਪਤਾਲ ਦੇ ਵਿੱਚ ਇੱਕ ਗਰੀਬ ਪਰਿਵਾਰ 18 ਮਹੀਨੇ ਦੀ ਬੱਚੀ ਨੂੰ ਲੈ ਕੇ ਪਹੁੰਚਿਆ ਸੀ, ਜਿਸ ਦੀ ਬਾਂਹ ਟੋਕੇ ਵਿੱਚ ਆ ਗਈ ਸੀ ਤੇ ਸੱਜੀ ਬਾਂਹ ਲੱਥ ਕੇ ਅਲੱਗ ਹੋ ਗਈ ਸੀ, ਜਿਸ ਨੂੰ ਫਟਾਫਟ ਫਸਟ ਏਡ ਦੇ ਕੇ ਨਵਤੇਜ ਸਿੰਘ ਗੁੱਗੂ ਨੇ PGI ਭੇਜਿਆ ਸੀ। ਨਵਤੇਜ ਵੀਰ ਨੇ 25,000 ਰੁਪਇਆ ਦੇ ਕੇ ਵੀ ਇਹ ਪਰਿਵਾਰ ਤੋਰਿਆ ਸੀ ਕਿ PGI ਤੋਂ ਸ਼ਾਇਦ ਇਸ ਧੀ ਦੀ ਬਾਂਹ ਬਚਾਈ ਜਾ ਸਕਦੀ ਹੈ, ਇਸ ਦਾ ਹੱਥ PGI ਵਿੱਚ ਜੋੜਿਆ ਜਾਵੇਗਾ, ਕਿਉਂਕਿ ਜੇਕਰ ASI ਹਰਜੀਤ ਸਿੰਘ ਦਾ ਅਲੱਗ ਕੀਤਾ ਹੋਇਆ ਹੱਥ PGI ਦੇ ਡਾਕਟਰ ਜੋੜਨ ਵਿੱਚ ਕਾਮਯਾਬ ਹੋਏ ਤਾਂ ਇਸ ਧੀ ਦੀ ਬਾਂਹ ਜੋੜਨਾ ਉਹਨਾਂ ਵਾਸਤੇ ਕਿੰਨਾ ਕੀ ਔਖਾ ਹੋ ਸਕਦਾ ਸੀ। ਪਰ ਜਿੱਦਾਂ ਹੀ ਇਹ ਮਾਂ ਆਪਣੀ ਧੀ ਨੂੰ ਲੈ ਕੇ PGI ਪਹੁੰਚੀ, ਪਹਿਲਾਂ ਘੰਟਿਆਂ ਬੱਧੀ ਇਸ ਮਾਂ ਨੂੰ, ਇਸ ਦਰਦ ਨਾਲ ਤੜਪਦੀ ਧੀ ਨੂੰ ਇੰਤਜ਼ਾਰ ਕਰਵਾਇਆ ਗਿਆ, ਬਿਠਾਇਆ ਗਿਆ ਤੇ ਉਸ ਤੋਂ ਬਾਅਦ ਆਪਰੇਸ਼ਨ ਕਰਕੇ ਸਿੱਧਾ ਇਸ ਧੀ ਦੀ ਬਾਂਹ ਅਲੱਗ ਕਰ ਦਿੱਤੀ ਗਈ, ਕੱਟ ਦਿੱਤੀ ਗਈ, ਬਚਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ। ਤੇ ਜੇਕਰ ਇਹ ਧੀ ਕਿਸੇ ਸੰਤਰੀ ਮੰਤਰੀ ਦੀ ਹੁੰਦੀ, ਵੱਡੇ ਅਹੁਦੇਦਾਰ ਦੀ ਹੁੰਦੀ, ਤਾਂ ਇਸ ਧੀ ਦੀ ਮਾਂ ਵੀ ਬਚ ਜਾਣੀ ਸੀ ਤੇ ਸਾਰੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਵੀ ਬਣਿਆ ਰਹਿਣਾ ਸੀ ਇਸ ਧੀ ਨੇ। ਪਰ ਦੇਖੋ, ਜਦੋਂ ਇਹ ਪਰਿਵਾਰ ਮੁੜ ਗੁੱਗੂ ਵੀਰ ਕੋ ਪਹੁੰਚਿਆ ਤਾਂ ਗੁੱਗੂ ਵੀਰ ਨੇ ਕੀ ਕਿਹਾ, ਪਰਿਵਾਰ ਨੇ ਕੀ ਦੁੱਖ ਸਾਂਝਾ ਕੀਤਾ। ਕਰੋ ਸਿੱਧੇ ਲੋਹ ਪਾਲੋ, ਹੈ ਨਾ? ਕੋਈ ਨਹੀਂ ਬੇਟਾ, ਕੋਈ ਗੱਲ ਨਹੀਂ। ਲੱਗੇ ਬੇਟਾ ਮਨੀਟਰ ਲੱਗੇ ਲਾਉਣ, ਲੱਗੇ ਮਨੀਟਰ। ਵੀਰੇ ਆ ਵੀਡੀਓ ਤੁਸੀਂ ਦੇਖੋਗੇ ਨਾ ਤੇ ਤੁਹਾਡਾ ਮਨ ਵੀ ਦਹਿਲ ਜਾਏਗਾ। ਇਹ ਉਹ ਕੁੜੀ ਆ ਜਿਹਦਾ ਟੋਕੇ ਵਿੱਚ ਆ ਕੇ ਹੱਥ ਲੱਥਿਆ ਸੀਗਾ। ਉਹ ਟੋਕੇ ਵਿੱਚ ਆ ਕੇ ਹੱਥ ਲੱਥ ਗਿਆ ਸੀਗਾ, ਪਰ ਹੁਣ ਇਹਦਾ ਹੱਥ ਕੱਟ ਦਿੱਤਾ ਹੈ। ਕੱਟਣ ਪਿੱਛੇ ਜਿੱਡਾ ਵੱਡਾ ਕਾਰਨ ਹੈ ਨਾ, ਅਸੀਂ ਇਹਨੂੰ ਬੱਚੀ ਨੂੰ PGI ਵਿਖੇ ਭੇਜਿਆ, ਚੰਡੀਗੜ੍ਹ PGI। 6 ਘੰਟਿਆਂ ਦੇ ਵਿੱਚ ਚੰਡੀਗੜ੍ਹ PGI ਭੇਜ ਦਿੱਤਾ ਕਿ ਉਹ ਇਹਦਾ ਹੱਥ ਜੋੜ ਦੇਣਗੇ। ਕਿਉਂ ਭੇਜਿਆ ਸੀ ਚੰਡੀਗੜ੍ਹ PGI? ਕਿਉਂਕਿ ਹਰਜੀਤ ਸਿੰਘ ASI ਦਾ ਜਿਹੜਾ ਨਿਹੰਗ ਸਿੰਘਾਂ ਨੇ ਹੱਥ ਵੱਢ ਦਿੱਤਾ ਸੀਗਾ, ਹਰਜੀਤ ਸਿੰਘ ASI ਦਾ, ਉਹਦਾ ਹੱਥ ਜਿਹੜਾ ਸੀਗਾ ਉਹ PGI ਦੇ ਵਿੱਚੋਂ ਹੀ ਜੁੜਿਆ ਸੀਗਾ। ਉਹ ਹੱਥ PGI ਤੋਂ ਹੀ ਜੁੜਿਆ ਸੀਗਾ, ਪਰ ਇਸ ਬੱਚੀ ਦਾ ਹੱਥ ਨਹੀਂ PGI ਤੋਂ ਜੁੜਿਆ, ਕਿਉਂਕਿ ਇਹ ਗਰੀਬ ਬਾਲੜੀ ਵਿਚਾਰੀ, ਇਹ ਗਰੀਬ ਪਰਿਵਾਰ ਦੀ ਮਾਸੂਮ ਧੀ, ਇਹਦਾ ਨਹੀਂ ਜੁੜਿਆ ਹੱਥ। ਆ ਦੇਖ ਲਓ, ਸੱਜਾ ਹੱਥ ਵਾ, ਇਹ ਸੱਜਾ ਹੱਥ ਵਾ ਵੀਰਿਓ, ਸੱਜਾ ਬਾਂਹ, ਔਰ 18 ਮਹੀਨਿਆਂ ਦੀ ਇਹ ਬੱਚੀ ਆ, ਔਰ ਗਰੀਬ ਪਰਿਵਾਰ ਦੇ ਹੀ। ਔਰ ਮੈਨੂੰ ਕੱਲ ਵੀਡੀਓ 'ਚ ਵੇਖਿਆ ਹੋਏਗਾ, ਕੱਲ ਇਸ ਬੱਚੀ ਨੂੰ ਭੇਜਿਆ ਚੰਡੀਗੜ੍ਹ PGI ਕਿ ਚਲੋ ਉੱਥੇ ਦਾ ਹੱਥ ਜੁੜ ਜਾਏਗਾ, ਪਰ ਅਗਲੇ ਨੇ ਵੱਢ ਦਿੱਤਾ, ਨਾਲੋਂ ਹੱਥ ਵੱਢਤਾ, ਨਾਲੋਂ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਲਮਕਿਆ ਸੀਗਾ ਹੱਥ, ਪੂਰੀ ਤਰ੍ਹਾਂ ਕੱਟਿਆ ਸੀ। ਮੈਂ ਉਹਨਾਂ ਨੂੰ ਇਹ ਵੀ ਕਿਹਾ ਡਾਕਟਰਾਂ ਨੂੰ ਕਿ ਯਾਰ ਜਿੰਨਾ ਪੈਸਾ ਲੱਗੇਗਾ ਲਵਾਂਗੇ, ਬੱਚੀ ਦਾ ਹੱਥ ਨਾ ਕੱਟਿਓ। ਪਰ ਆਹ ਤੁਹਾਡੇ ਸਾਹਮਣੇ ਜ਼ੁਲਮ ਜਿਹੜਾ ਵਾ, ਆਹ ਦੇਖ ਲਓ ਕਿਸ ਤਰੀਕੇ ਨਾਲ ਹੁੰਦਾ ਹੈ। ਇਹ ਸਾਡਾ ਦੇਸ਼ ਆ, ਇਹ ਹੈ ਮੇਰਾ ਭਾਰਤ, ਜਿਹਨੂੰ ਇਹ ਕਹਿੰਦੇ ਕਿ ਮੇਰਾ ਭਾਰਤ ਮਹਾਨ, ਜਿੱਥੇ ਹਰਜੀਤ ਸਿੰਘ ASI ਦਾ ਹੱਥ ਜੁੜ ਸਕਦਾ ਹੈ ਔਰ ਇਸ ਬੱਚੀ ਦਾ ਹੱਥ ਨਹੀਂ ਜੁੜ ਸਕਦਾ। ਇਹ ਹੈ ਸਾਡਾ ਦੇਸ਼ ਵੀਰਿਓ। ਅਗਰ ਇਹੋ ਕਿਸੇ ਅਫਸਰ ਦੀ, ਕਿਸੇ ਮੰਤਰੀ ਦੀ, ਕਿਸੇ ਦੀ ਵੀ ਧੀ ਹੁੰਦੀ ਤੇ ਸ਼ਾਇਦ ਇਹ ਵਿਚਾਰੀ ਦਾ ਹੱਥ ਜੁੜ ਗਿਆ ਹੁੰਦਾ। ਸੱਜਾ ਹੱਥ ਆ, ਸ਼ਾਇਦ ਵਿਚਾਰੀ ਪੜ੍ਹ ਲਿਖ ਕੇ ਕਿਤੇ ਕੋਈ ਵੱਡਾ ਅਫਸਰ ਬਣ ਜਾਂਦੀ। ਸ਼ਾਇਦ ਸੱਜੇ ਹੱਥ ਨਾਲ ਵਿਚਾਰੀ ਨੇ ਕੱਲ ਨੂੰ ਵਿਆਹ ਹੋਣਾ ਵਾ, ਆਪਣੇ ਬੱਚੇ ਪਾਲਣੇ ਆ, ਆਪਣਾ ਸਾਰਾ ਕੁਝ ਅੱਗੇ ਜ਼ਿੰਦਗੀ ਪਈ ਆ ਪਹਾੜ ਜਿਹੜੀ। ਔਰ ਯਾਰ ਜੇ ਹੱਥ ਲੱਥ ਗਿਆ 6 ਘੰਟਿਆਂ ਚ ਅਗਰ ਮੈਂ ਪਹੁੰਚਾ ਦਿੱਤਾ ਤੁਹਾਡੇ ਕੋਲ, 25,000 ਰੁਪਇਆ ਦੇ ਕੇ ਮੈਂ ਘੱਲਿਆ ਨਾਲ, ਬਾਕੀ ਵੀ ਲੱਖ ਰੁਪਇਆ ਮੈਂ ਇਹਨਾਂ ਨੂੰ ਕਿਹਾ
ਦੇ ਦਾਂਗੇ ਫਿਰ ਵੀ ਯਾਰ ਤੁਸੀਂ ਬੱਚੀ ਨੂੰ ਕਰਾ ਲਿਓ ਚੁੱਪ ਘਬਰਾਈਏ ਨਾ ਨਾਲ ਤੁਸੀਂ ਇਹ ਹਾਲਾਤ ਨੇ ਵੀਰੇ ਮੈਂ ਜੋ ਬਾਹਰ ਤੁਹਾਨੂੰ ਦੱਸਾਂਗਾ ਕਿ ਆਹ ਹਾਲਾਤ ਆ ਮੈਂ ਇੰਨਾ ਦਿਮਾਗ ਮੇਰਾ ਰਾਤ ਦਾ ਜਦੋਂ ਮੈਨੂੰ ਪਤਾ ਲੱਗਾ ਇਹਨਾਂ ਹੱਥ ਕੱਟ ਦਿੱਤਾ ਵੇਖੋ 6-7 ਘੰਟਿਆਂ 'ਚ ਮੈਂ ਪਹੁੰਚਾ ਦਿੱਤਾ ਸੀ ਚੰਡੀਗੜ੍ਹ 25000 ਰੁਪਇਆ ਮੈਂ ਨਾਲ ਦੇ ਕੇ ਭੇਜਿਆ ਔਰ ਬਾਕੀ ਮੈਂ ਉੱਥੇ ਜਾਂਦਿਆਂ ਡਾਕਟਰ ਨੂੰ ਕਿਹਾ ਕਿ ਮੈਂ ਲੱਖ ਰੁਪਇਆ ਤੁਹਾਨੂੰ ਦੇ ਦਾਂਗਾ 1.5 ਲੱਖ ਵੀ ਦੇ ਦਾਂਗਾ ਪਰ ਬੱਚੀ ਦਾ ਹੱਥ ਨਾ ਲਾਇਓ ਬੱਚੀ ਦਾ ਹੱਥ ਜਿਹੜਾ ਸੱਜਾ ਹੱਥ ਵਾ ਗਰੀਬ ਪਰਿਵਾਰ ਦੀ ਧੀ ਆ ਔਰ ਕੱਲ ਨੂੰ ਉਹਨੂੰ ਵਿਆਹਣਾ ਵਾ ਵਿਚਾਰੀ ਨੂੰ ਗਾਂ ਇਹਦੇ ਬੱਚੇ ਵੀ ਹੋਣੇ ਆ ਯਾਰ ਨਾ ਹੱਥ ਲਾਇਓ ਜੋੜ ਦੋ ਹੱਥ ਜਿੱਦਾਂ ASI ਹਰਜੀਤ ਸਿੰਘ ਦਾ ਹੱਥ ਜੋੜਿਆ ਸੀ ਉਦਾਂ ਇਹ ਬਾਲੜੀ ਬੱਚੀ ਦਾ ਵੀ ਜੋੜ ਦੋ ਯਾਰ ਹੱਥ ਪਰ ਉਹਨਾਂ ਲੋਕਾਂ ਨੇ ਮੈਂ ਡਾਕਟਰ ਨੂੰ ਇੱਥੋਂ ਤੱਕ ਵੀ ਕਿਹਾ ਮੈਂ ਜੇਕਰ ਹਰਜੀਤ ਸਿੰਘ ਦਾ ਹੱਥ ਜੋੜ ਸਕਦਾ ASI ਜਿਹੜੇ ਸੀਗੇ ਚਲੋ ਹੋਇਆ ਤੇ ਮੈਂ ਇਹ ਵੀ ਕਹਿੰਦਾ ਮਾੜਾ ਹੀ ਆ ਉਹਨਾਂ ਨਾਲ ਵੀ ਪਰ ਜੇ ਉਹਨਾਂ ਦਾ ਹੱਥ ਜੁੜ ਸਕਦਾ ਤੇ ਇਸ ਬੱਚੀ ਦਾ ਹੱਥ ਕਿਉਂ ਨਹੀਂ ਜੁੜਿਆ ਇਹ ਸਵਾਲ ਆ ਮੇਰਾ ਕਿ ਜਦੋਂ ਪੈਸੇ ਵੀ ਦੇ ਰਹੇ ਆ ਹਰ ਚੀਜ਼ ਕਰ ਰਹੇ ਆ ਔਰ ਜੋ ਉਹਦੀ ਮਾਂ ਤੁਹਾਨੂੰ ਦੱਸੇਗੀ ਨਾ ਉਹ ਬੱਚੀ ਦੀ ਤੇ ਤੁਸੀਂ ਹੈਰਾਨ ਹੋਣਾ ਮੈਂ 6 ਘੰਟਿਆਂ ਦੇ ਵਿੱਚ ਇਹ ਬੱਚੀ ਭੇਜ ਦਿੱਤੀ ਸੀਗੀ ਔਰ 6 ਘੰਟੇ ਤੋਂ ਬਾਅਦ ਮਤਲਬ 6 ਘੰਟਿਆਂ ਦੇ ਵਿੱਚ ਜਿਹੜਾ ਹੱਥ ਹੁੰਦਾ ਵਾ ਜੇ ਨਾਲੋਂ ਲੱਥ ਗਈ ਨਾ ਤੇ 6 ਘੰਟਿਆਂ ਦੇ ਵਿੱਚ ਉਹ ਹੱਥ ਨੂੰ ਜੁੜ ਜਾਂਦਾ 7 ਘੰਟਿਆਂ ਦੇ ਵਿੱਚ ਹੱਥ ਜੁੜ ਜਾਂਦਾ ਵਾ 8 ਘੰਟੇ ਵੀ ਹੋ ਜਾਣ ਤੇ ਹੱਥ ਜਿਹੜਾ ਜੁੜ ਜਾਂਦਾ ਬਾਅਦ ਚ ਔਰ ਜਦੋਂ ਇਹ ਭੈਣ ਉੱਥੇ 4 ਵਜੇ ਪਹੁੰਚ ਗਈ ਸੀ ਪੂਰੇ 4 ਵਜੇ 11 ਵਜੇ 12 ਵਜੇ ਹੱਥ ਲੱਥਾ ਬੱਚੀ ਦਾ ਟੋਕੇ ਵਿੱਚ ਆ ਕੇ ਔਰ ਇਹ 4 ਵਜੇ ਭੈਣ ਉੱਥੇ ਪਹੁੰਚ ਜਾਂਦੀ ਆ ਔਰ 4 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਭੈਣ ਕਹਿ ਰਹੀ ਹੈ ਕਿ ਮੈਂ ਆਪਣੀ ਬੱਚੀ ਨੂੰ ਆਪਣੇ ਕੁਸਲ ਹੀ ਰੱਖਿਆ 3 ਘੰਟੇ ਡਾਕਟਰਾਂ ਨੇ ਵੇਖਿਆ ਹੀ ਜਾ ਕੇ ਉੱਥੇ ਕਹਿੰਦੀ ਵੀ ਰਹੀ ਹੈ ਕਿ ਬੱਚੀ ਦਾ ਹੱਥ ਲੱਥ ਗਿਆ ਜੇ ਬੱਚੀ ਨੂੰ ਦੇਖ ਲਓ ਆਂਦੇ ਨਹੀਂ ਪਹਿਲਾਂ ਆਪਰੇਟ ਹੋ ਰਿਹਾ ਹੈ ਡਾਕਟਰ ਬਿਜ਼ੀ ਆ ਡਾਕਟਰ ਇੱਧਰ ਬਿਜ਼ੀ ਨੇ ਬਾਅਦ ਚ ਦੇਖਾਂਗੇ ਪਰ ਆ ਵੇਖੋ ਕੀ ਹਾਲ ਚੱਲਿਆ ਔਰ ਮੇਰਾ ਇੱਕ ਇੱਥੇ ਸਵਾਲ ਹੈ ਯਾਰ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਪੱਤਰਕਾਰ ਵੀਰਾਂ ਨੂੰ ਪੰਜਾਬ ਦੇ ਜਿੰਨੇ ਸਮਾਜ ਸੇਵਕ ਵੀਰ ਨੇ ਜਿੰਨੇ ਚਿੰਤਕ ਨੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਦਾ ਕਿ ਯਾਰ ਇਸ ਸਾਡੇ ਦੇਸ਼ ਦੇ ਵਿੱਚ ਕਿਉਂ ਕੀੜੇ ਮਕੌੜੇ ਸਮਝਿਆ ਜਾਂਦਾ ਗਰੀਬ ਲੋਕਾਂ ਨੂੰ ਕਿਉਂ ਮੰਤਰੀਆਂ ਦੇ ਮੁੰਡੇ ਅਲੱਗ ਨੇ ਅਫਸਰਾਂ ਦੇ ਮੁੰਡਿਆਂ ਦੀ ਅਲੱਗ ਜ਼ਿੰਦਗੀ ਹੁੰਦੀ ਹੈ ਉਹਨਾਂ ਦੀ ਦੁਨੀਆ ਵੱਖਰੀ ਆ ਯਾਰ ਹੱਦ ਹੋ ਗਈ ਆ ਜੇ ਆ ਕਿਸੇ ਮੰਤਰੀ ਦਾ ਕਿਸੇ ਅਫਸਰ ਦਾ ਜਾਂ ਮਤਲਬ ਜਿਹੜੇ ਇੱਥੇ ਮੈਨੂੰ ਆ ਕੇ ਪਰੇਸ਼ਾਨ ਕਰਦੇ ਸੀ ਇੱਥੇ ਬਿਲਡਿੰਗ ਜਿਹੜੀ ਆ ਇਹ ਬਿਲਡਿੰਗ ਬੜੀ ਲਾਗੇ ਬਿਲਡਿੰਗ ਦੇ ਪਾਰਕ ਆ ਬਿਲਡਿੰਗ ਦੇ ਉੱਤੇ ਸਵਾਲ ਕਰਦੇ ਸੀ ਸਾਰਾ ਹਸਪੀਟਲ ਖਾਲੀ ਕਰਵਾਇਆ ਇਹਨਾਂ ਨੇ ਮਰੀਜ਼ਾਂ ਨੂੰ ਧੂ ਕੇ ਬਾਹਰ ਖੜਿਆ ਮੇਰੇ ਤੇ ਪਰਚਾ ਕੀਤਾ 17 ਬੰਦਿਆਂ ਦੇ ਪਰਚਾ ਕੀਤਾ ਸਾਰਾ ਸਟਾਫ ਭਜਾਤਾ ਔਰ ਜੇਕਰ ਇੱਕ ਮੈਂ ਹੋਰ ਵੀ ਕਹਿੰਦਾ ਮੈਂ ਕਸਮ ਖਾ ਕੇ ਹਸਪੀਟਲ ਦੀ ਕਸਮ ਖਾ ਕੇ ਕਹਿੰਦਾ ਕਿ ਜੇਕਰ ਸਾਡੇ ਦੇ ਪਰਚੇ ਨਾ ਹੋਏ ਹੁੰਦੇ ਸਾਡਾ ਹਸਪੀਟਲ ਨਾ ਡਿਸਟਰਬ ਹੋਇਆ ਹੁੰਦਾ ਆ ਜਿਹੜੀ ਪਿੱਛੇ ਜੇ ਇੰਨਾ ਗਦਰ ਪਾਇਆ ਸੀ ਨਾ ਪਿਆ ਹੁੰਦਾ ਅਗਰ ਇਹ ਸਾਰੇ ਡਾਕਟਰ ਸਾਡੇ ਕੋਲ ਸੀ ICU ਵੀ ਸਾਡਾ ਸਟਾਫ ਸੀਗਾ ਔਰ ਇਹ ਬੱਚੀ ਦਾ ਹੱਥ ਆਪਾਂ ਇੱਥੇ ਜੋੜਨਾ ਸੀਗਾ ਇਸ ਬੱਚੀ ਦਾ ਗੁੱਟ ਇਸੇ ਹਸਪਤਾਲ 'ਚ ਜੋੜਨਾ ਸੀ ਔਰ ਕਿਉਂ ਮਜਬੂਰ ਲੱਗੇ ਭੇਜਿਆ ਕਿਉਂਕਿ ਸਾਡੇ ਡਾਕਟਰ ਤੇ ਸਟਾਫ ਨਹੀਂ ਆ ਰਹੇ ਇੱਥੇ ਇਹਨਾਂ ਨੇ ਇੰਨਾ ਸਾਨੂੰ ਦੁਖੀ ਕੀਤਾ ਸੀ ਕਿ ਇੰਨਾ ਡਰ ਦਾ ਮਾਹੌਲ ਸੀ ਕਿ ਉਹ ਆ ਨਹੀਂ ਰਹੇ ਔਰ ਇਹ ਬੱਚੀ ਆਪਣਾ ਸੱਜਾ ਹੱਥ ਆਪਣਾ ਗਵਾ ਗਈ ਹੈ ਸ਼ਾਇਦ ਵਿਚਾਰੀ ਪੜ੍ਹ ਲਿਖ ਕੇ ਕੁਝ ਬਣਦੀ ਵਿਆਹ ਕਰਾ ਕੇ ਬੱਚਿਆਂ ਨੂੰ ਸਾਂਭਣਾ ਆਪੋ ਕਿੰਨਾ ਵੱਡਾ ਨੁਕਸਾਨ ਹੈ ਕਿ ਗਰੀਬ ਬਾਪ ਦੀ ਧੀ ਦਾ ਸੱਜਾ ਹੱਥ ਕੱਟਿਆ ਜਾਵੇ ਯਾਰ ਉਹ ਲਾਹਨਤ ਆ ਯਾਰ ਇਹਨਾਂ ਲੋਕਾਂ ਤੇ ਇਹੋ ਜਿਹਾ ਕਾਹਦਾ ਸਿਸਟਮ ਆ ਯਾਰ ਕਾਹਦਾ ਇੱਕ ਸਾਡੇ ਦੇਸ਼ ਦਾ ਸਿਸਟਮ ਕਾਹਦਾ ਇਹ ਇੱਥੋਂ ਦਾ ਕਾਨੂੰਨ ਹੈ ਜੀ ਹੁਣ ASI ਹਰਜੀਤ ਸਿੰਘ ਦਾ ਹੱਥ ਲੱਥ ਜਾਂਦਾ ਨਾਲੋਂ ਲੱਥ ਕੇ ਥੱਲੇ ਡਿੱਗ ਜਾਂਦਾ ਉਹਦਾ ਯਾਰ ਤੁਸੀਂ ਜੋੜ ਦਿੰਦੇ ਜੇ ਇਹ ਬੱਚੀ ਦਾ ਹੱਥ ਲੱਥਾ ਅਜੇ ਜੁੜਿਆ ਹੀ ਨਾਲ ਇਹਦਾ ਕਿਉਂ ਨਹੀਂ ਜੁੜਿਆ ਇਹ ਵੀ ਤਾਂ ਪਹੁੰਚ ਗਈ ਉੱਥੇ ਔਰ ਉਦਾਂ PGI ਦੇ ਜਿਹੜੇ ਡਾਕਟਰ ਨੇ ਉਦੋਂ ਫੋਟੋਆਂ ਲਵਾਉਂਦੇ ਸੀਗੇ ਹਰਜੀਤ ਸਿੰਘ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਗੱਲ ਕਰਦਾ ਸੀ ਹਰਜੀਤ ਸਿੰਘ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਗੱਲ ਕਰਦਾ ਸੀ ਹਰਜੀਤ ਸਿੰਘ ਦੇ ਨਾਲ ਕਿ ਹਰਜੀਤ ਸਿੰਘ ਜੀ ਕੈਸੇ ਹੋ ਠੀਕ ਹੋ ਵਧੀਆ ਹੋ ਜਲਦੀ ਠੀਕ ਹੋ ਕੇ ਜਾਓਗੇ ਬੜਾ ਦਲੇਰ ਹੈ ਹਰਜੀਤ ਸਿੰਘ ਬਹੁਤ ਦਲੇਰ ਹੈ ਪਰ ਹੁਣ ਇਹ ਬੱਚੀ ਨੂੰ ਕੌਣ ਫੋਨ ਕਰੇਗਾ ਕੈਪਟਨ ਕਰਨਗੇ ਮਨਿੰਦਰ ਸਿੰਘ ਕੈਪਟਨ ਕਰਨਗੇ ਬੱਚੀ ਨੂੰ ਫੋਨ ਹੁਣ PGI ਵਾਲੇ ਡਾਕਟਰਾਂ ਦੇ ਵੀਡੀਓ ਇਹ ਮੇਰਾ ਸਵਾਲ ਆ ਕਿ ਅਗਰ ਤੁਸੀਂ ਹਰਜੀਤ ਸਿੰਘ ASI ਦਾ ਹੱਥ ਜੋੜਦਾ ਇਹਦਾ ਕਿਉਂ ਨਹੀਂ ਜੋੜਿਆ ਇਹ ਸਵਾਲ ਜਿਹੜੇ ਨੇ ਇਹ ਦੱਸਣੇ ਪੈਣਗੇ ਤੁਹਾਨੂੰ ਇਹ ਸਵਾਲ ਅਸੀਂ ਪੁੱਛਾਂਗੇ ਅਸੀਂ ਕੋਰਟ ਦੇ ਵਿੱਚ ਹਾਈ ਕੋਰਟ 'ਚ ਵੀ ਜਾਵਾਂਗੇ
ਕਿ ਬੱਚੀ ਦਾ ਹੱਥ ਕਿਉਂ ਨਹੀਂ ਜਿਹੜਾ ਟਾਈਮ ਨਾਲ ਪਹੁੰਚ ਗਈ। ਔਰ ਜਿਹੜਾ ਸਭ ਤੋਂ ਦਰਿੰਦਗੀ ਵਾਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਬੱਚੀ ਟਰਾਮਾ ਸੈਂਟਰ 'ਚ ਪਹੁੰਚੀ ਐਮਰਜੈਂਸੀ ਦੇ ਵਿੱਚ, ਉਦੋਂ 6 ਘੰਟੇ ਦੇ ਅੰਦਰ ਅੰਦਰ ਬੱਚੀ ਹੀ ਪਹੁੰਚਾਤੀ ਆ, ਪਰ 3 ਘੰਟੇ ਫਿਰ ਵੀ ਬੱਚੀ ਨੂੰ ਨਹੀਂ ਵੇਖਿਆ ਭਾਜੀ। 3 ਘੰਟੇ ਤੱਕ ਬੱਚੀ ਦੀ ਮਾਂ ਜਿਹੜੀ ਸੀ ਉਹਨੂੰ ਆਪਣੀਆਂ ਬਾਹਾਂ 'ਚ ਲੈ ਕੇ ਖੜੀ ਰਹੀ, ਆਂਦੇ ਅਜੇ ਨਹੀਂ ਟਾਈਮ, ਅਜੇ ਨਹੀਂ ਦੇਖਣਾ। ਆਓ ਮੈਂ ਰੱਬੋਂ ਤੁਹਾਨੂੰ ਫਿਰ ਦੱਸਦਾ। ਭੈਣ ਜੀ ਦੱਸੋ ਦੋ ਮਿੰਟ, ਜਦੋਂ ਤੁਸੀਂ ਉੱਥੇ ਗਏ ਸੀਗੇ, ਪੱਖੇ ਬੰਦ ਕਰੋ ਜਲਦੀ ਜਲਦੀ ਕਿਉਕਿ ਜਦੋਂ ਤੁਸੀਂ ਉੱਥੇ ਗਏ ਸੀਗੇ ਤੁਹਾਡੇ ਨਾਲ ਕੀ ਇਹਨਾਂ ਨੇ ਮਤਲਬ ਤੁਹਾਨੂੰ ਜਾਂਦਿਆਂ ਬੱਚੀ ਚੈੱਕ ਕੀਤੀ ਕਿਸੇ ਨੇ? ਇਹਨਾਂ ਨੇ ਜਦ ਤੁਹਾਨੂੰ ਇਹ 6-7 ਘੰਟਿਆਂ 'ਚ ਪਹੁੰਚਾਤਾ ਸੀ। 11 ਵਜੇ ਦੀ ਗੱਲ ਆ ਤੇ 4-4:30 ਵਜੇ ਤੁਸੀਂ ਪਹੁੰਚ ਗਏ। ਹਾਂਜੀ। 7 ਘੰਟੇ ਤੁਸੀਂ ਪਹੁੰਚ ਗਏ ਹਾਂਜੀ। ਹਨਾ। ਜਾਂਦਿਆਂ ਇਹਨਾਂ ਨੇ ਤੁਹਾਡਾ ਹੱਥ ਵੇਖਿਆ ਡਾਕਟਰ ਨੇ ਕਿਸੇ ਨੇ? ਨਹੀਂ ਕਿਸੇ ਨੇ ਨਹੀਂ ਵੇਖਿਆ। ਉਹ ਤਾਂ ਤੁਹਾਨੂੰ ਆਪਣੇ ਬੱਚੇ ਦੀ ਕਸਮ, ਤੁਸੀਂ ਸੱਚ ਬੋਲਣਾ, ਨਹੀਂ ਕਿਸੇ ਨੇ ਦੇਖਿਆ ਹੱਥ ਜਾਂਦੇ ਨੇ? ਕਿਸੇ ਨੇ ਨਹੀਂ ਵੇਖਿਆ। ਕਿੰਨੀ ਦੇਰ ਤੱਕ ਤੁਸੀਂ ਆਪਣੀ ਬੱਚੀ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਉੱਥੇ ਰੋਂਦੇ ਰਹੇ? ਐਸੇ ਤਾਂ 2-2.5 ਘੰਟੇ ਇਸ ਰੇ ਲੈ ਕੇ ਬੈਠੇ ਰਹੇ। ਇਦਾਂ ਹੀ ਲੈ ਕੇ ਬੈਠੇ ਰਹੇ? ਏਦਾਂ ਹੀ ਲੈ ਕੇ- 2-2.5 ਘੰਟੇ ਇਦਾਂ ਹੀ ਲੈ ਕੇ ਬੈਠੇ ਰਹੇ। ਉਹ ਸਰਵ ਕਰੋ ਕੁਝ ਕਰੋੜਾਂ ਅਰਬਾਂ ਖਰਬਾਂ ਰੁਪਈਆਂ ਦਾ ਬਜਟ ਆ ਪੀਜੀਆਈ ਦਾ। ਔਰ ਉਦਾਂ ਤੁਸੀਂ ਕਹਿੰਦੇ ਜੇ ਇਹ ਪੀਜੀਆਈ ਜਿਹੜਾ ਹਸਪਤਾਲ ਆ ਬਹੁਤ ਵੱਡਾ ਜੀ, ਬੜੀ ਸ਼ਾਨ ਆ ਸਾਡੇ ਦੇਸ਼ ਦੀ। ਉਹ ਯਾਰ ਫਿਰ ਏਐਸਆਈ ਹਰਜੀਤ ਸਿੰਘ ਦਾ ਤੇ ਹੱਥ ਜੋੜਤਾ, ਇਹਦਾ ਕਿਉਂ ਨਹੀਂ ਜੋੜਿਆ ਤੁਸੀਂ? ਦੱਸੋ ਮੈਨੂੰ। ਮੇਰਾ ਸਵਾਲ ਹੈ, ਜਨਤਾ ਦਾ ਸਵਾਲ ਆ, ਆਵਾਮ ਦਾ ਸਵਾਲ ਆ। ਮੈਂ ਤੇ ਜਿੰਨੇ ਚੈਨਲ, ਜਿੰਨੇ ਪੱਤਰਕਾਰ ਵੀਰ ਨੇ, ਇਸ ਬੱਚੀ ਦੀ ਆਵਾਜ਼ ਜ਼ਰੂਰ ਬਣਨ। ਇੱਕ ਵਾਰ ਇਹ ਦੱਸਣ ਕਿ ਅਗਰ ਏਐਸਆਈ ਹਰਜੀਤ ਸਿੰਘ ਦਾ ਹੱਥ ਜੁੜ ਸਕਦਾ, ਉਹਦੇ ਨਾਲ ਕੈਪਟਨ ਮਨਿੰਦਰ ਸਿੰਘ ਗੱਲ ਕਰ ਸਕਦਾ ਵਾ ਫੋਨ ਤੇ, ਔਰ ਉਹਦਾ ਉੱਥੇ ਫ੍ਰੀ ਇਲਾਜ ਹੋ ਸਕਦਾ ਵਾ। ਇਸ ਬੱਚੀ ਦੇ ਕੋਲੋਂ ਪੈਸੇ ਵੀ ਕਿੰਨੇ ਲਏ ਦੱਸੋ? ਜਿਹੜੇ ਮੈਂ ਪੈਸੇ ਦੇ ਕੇ ਭੇਜਿਆ ਸੀ ਵਿਚਾਰੀਆਂ ਨੂੰ, ਕਿੰਨੇ ਪੈਸੇ ਭੇਜੇ ਉਹਨਾਂ ਨੇ? ਕਿੰਨਾ ਖਰਚਾ ਕਿੰਨਾ ਹੋ ਗਿਆ? ਇਹਨਾਂ ਟੋਟਲ 12,000 ਖਰਚਾ ਹੋ ਗਿਆ। ਹਾਂ 12,000 ਹੱਥ ਕੱਟਣ ਦਾ ਹੀ ਲੈ ਲਿਆ। ਜਿਹੜਾ ਹੱਥ ਪਹਿਲਾਂ ਹੀ ਕੱਟਿਆ ਸੀਗਾ, ਸਿਰਫ ਉਹਨੂੰ ਅੱਗਿਓਂ ਮਤਲਬ ਟਾਂਕੇ ਲਾਉਣ ਦਾ ਹੀ 12,000 ਲੈ ਲਿਆ ਜੀ। ਹਾਂ ਤੇ ਤੁਸੀਂ ਹਰਜੀਤ ਸਿੰਘ ਐਸੇ ਦਾ ਫ੍ਰੀ ਇਲਾਜ ਕੀਤਾ ਸੀਗਾ, ਫ੍ਰੀ ਹੱਥ ਜੋੜਿਆ ਇਹਦਾ। ਯਾਰ ਇਹ ਵਿਤਕਰਾ ਹੈ। ਤੁਸੀਂ ਤੇ ਯਾਰ ਲੋਕਾਂ ਨੂੰ ਕੀੜੇ ਪਕੌੜੇ ਸਮਝਦੇ ਜੇ। ਇਹ ਆਮ ਜਿਹੜੇ ਵਿਚਾਰੇ ਲੋਕ ਗਰੀਬ ਨੇ, ਇਹਨਾਂ ਨੂੰ ਤੇ ਕੀੜੇ ਪਕੌੜੇ ਸਮਝਦੇ ਤੁਸੀਂ। ਇਹਨੂੰ ਤਾਂ ਤੁਸੀਂ ਬੱਚੀ ਨੂੰ ਕੀੜੇ ਪਕੌੜਿਆਂ ਵਾਂਗ ਇਹਦਾ ਉੱਥੇ ਕੀਤਾ। ਕੀੜੇ ਪਕੌੜਿਆਂ ਨਾਲੋਂ ਵੀ ਜ਼ਿਆਦਾ ਤੁਸੀਂ ਰੋਲਿਆ ਬੱਚੀ ਨੂੰ। ਹੱਥ ਨਾਲੋਂ ਲੱਥਾ 2.5 ਘੰਟੇ ਨਹੀਂ ਉਹਨਾਂ ਨੇ ਹੱਥ ਪਾਇਆ। 2.5 ਘੰਟੇ ਹੱਥ ਤੇ ਨਹੀਂ ਫਿਰ ਮੈਂ ਤੁਹਾਨੂੰ ਕਹਿੰਦੀ ਵਾਪਸ ਲੈ ਆਓ, ਤੇ ਫਿਰ ਤੁਹਾਨੂੰ ਕੀ ਕਹਿੰਦੇ ਸੀ? ਉਦੋਂ ਜਦੋਂ ਤੁਸੀਂ ਵਾਪਸ ਲੈ ਕੇ ਗੇਟ ਤੱਕ ਆ ਗਏ ਸੀ, ਫਿਰ ਉੱਥੇ ਕੀ ਹੋਇਆ? ਉੱਥੇ ਕਹਿੰਦੇ ਕਿ ਤੁਸੀਂ ਘਰ ਜਾਣਾ ਤੇ ਜਾਓ, ਨਹੀਂ ਜਾਣਾ ਤੇ ਪੂਰਾ ਸਾਈਡ ਕਰਕੇ ਜਾਓ। ਮੈਂ ਕਿਹਾ ਸਾਈਡ ਕਰ ਦਿੰਦੇ, ਮੈਂ ਚੱਲ ਫਿਰ ਜਦੋਂ ਤੁਸੀਂ ਗੇਟ ਤੱਕ ਲੈ ਗਏ, ਤੇ ਬਾਹਰ ਨਿਕਲਣ ਲੱਗੀ ਤਾਂ ਉਹਨੇ ਸਿਕਿਉਰਿਟੀ ਗਾਰਡ ਨੇ ਟਰਾਲੀ ਫੜ ਕੇ ਅੰਦਰ ਨੂੰ ਖਿੱਚ ਲਈ ਕਿ ਬਾਹਰ ਨਹੀਂ ਜਾਣਾ। ਜੇ ਗਏ ਤੇ ਤੁਹਾਨੂੰ ਮੈਂ ਇੱਥੋਂ ਫੜਾ ਦੇਣਾ ਹੈਗਾ। ਪੁਲਿਸ ਦੇ ਹਾਂਜੀ। ਵੇਖੋ ਬੱਚੀ ਕਿਡਨੈਪ ਕਰ ਲਈ। ਇਹਨਾਂ ਕਿਹਾ ਵੀ ਅਸੀਂ ਆਪਣਾ ਹੱਥ ਜੁੜਵਾ ਵਾ, ਨਹੀਂ ਘਟਾਉਣਾ। ਇਹ ਵੇਖੋ ਕਹਿੰਦੇ ਨੇ ਕਾਰਨ ਕੀ ਕਿ ਜੇ ਹੁਣ ਬੱਚੀ ਵਾਪਸ ਚਲੀ ਗਈ ਤੇ ਸਾਡੀ ਬਦਨਾਮੀ ਹੋਏਗੀ ਜਾਂ ਸਾਡੇ ਤੇ ਕੋਈ ਐਕਸ਼ਨ ਆ ਜਾਏਗੀ। ਤੁਸੀਂ ਟਾਈਮ ਕਾਰਨ ਕੀ ਕਿ ਟਾਈਮ ਦੇ ਨਾਲ ਹੱਥ ਨਹੀਂ ਪਾਇਆ, ਟਾਈਮ ਨਾਲ ਆਪਰੇਸ਼ਨ ਨਹੀਂ ਕੀਤਾ, ਤੇ ਬਾਅਦ ਚ ਕੁੜੀ ਵਾਲੇ ਨੇ ਕਿ ਬੱਚੀ ਨੇ ਕਿਹਾ ਕਿ ਮੈਂ ਚਲੀ ਜਾਣਾ ਭੈਣ ਨੇ ਕਿ ਮੈਂ ਹੋਰ ਕਿਤੇ, ਫਿਰ ਉਹਨਾਂ ਨੇ ਬੱਚੀ ਨੂੰ ਧੱਕੇ ਨਾਲ ਹੀ ਉੱਥੇ ਰੱਖ ਲਿਆ। ਇਹ ਹਾਲਾਤ ਆ ਵੀਰੇ, ਮੈਂ ਤੇ ਬੜਾ ਪਰ ਇੱਕ ਗੱਲ ਵਾ, ਇੱਧਰ ਕੈਮਰਾ ਬਣਾ ਦੋ ਹੁਣ ਜਰਾ 2 ਮਿੰਟ, ਤੇ ਮੇਰਾ ਵੀ ਹੁਣ ਇੱਕ ਚੈਲੰਜ ਜਿਹੜਾ ਵਾ ਇਹ ਸੁਣ ਲਿਓ ਭੈਣ ਜੀ। ਆ ਬਾਹ ਕਰ ਲਿਓ, ਪਰੇ ਆ ਬਾਹ ਉਲਟੀ ਪਰੇ ਕਰ ਲਓ, ਲਾਗੇ ਦੇ ਹੋਵੇ ਇਹਦਾ ਕੈਮਰਾ। ਕੋਈ ਨਹੀਂ, ਬਹੁਤ ਦੁੱਧ ਪਿਆ ਰਹਿੰਦੇ ਬੱਚੀ ਦੇ। ਆ ਜਿਹੜੀ ਬਾਹ ਵਾ ਨਾ ਵੀਰਿਓ, ਜਿਹੜਾ ਗੁੱਟ ਵਾ, ਆ ਜਿਹੜਾ ਤੁਸੀਂ ਬੱਚੀ ਦਾ ਗੁੱਟ ਲਾਇਆ, ਇਹ ਗੁੱਟ ਲੱਥਾ ਨਹੀਂ, ਇਹ ਤੁਸੀਂ ਇਹ ਜਾਣ ਕੇ ਗੁੱਟ ਲਾਇਆ ਵਾ ਬੱਚੀ ਦਾ। ਆ ਬੱਚੀ ਜਿਹੜੀ ਮਾਂ ਹੀ ਪੈਂਦੀ ਹੈ। ਬੱਚੀ ਦਾ ਗੁੱਟ ਜਿਹੜਾ ਵਾ ਤੁਸੀਂ ਜਾਣ ਕੇ ਲਾਇਆ ਤੇ ਜੁੜ ਸਕਦਾ ਸੀਗਾ ਗੁੱਟ। ਔਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਾਂ ਕਿ ਆ ਜਿਹੜੀ ਬਾਹ ਹੈ ਨਾ ਬੱਚੀ ਦੀ, ਆ ਬੱਚੀ ਦੇ ਗੁੱਟ ਦੀ ਕਸਮ ਖਾ ਕੇ ਕਹਿੰਦਾ ਤੁਹਾਨੂੰ, ਆ ਬੱਚੀ ਦੇ ਗੁੱਟ ਦੀ ਕਸਮ ਖਾ ਕੇ ਕਹਿੰਦਾ ਵਾ ਕਿ ਪੀਜੀਆਈ ਵਾਲਿਓ ਤੁਹਾਡੇ ਨਾਲੋਂ 5 ਸਾਲਾਂ ਦੇ ਵਿੱਚ ਇਹ ਹਸਪੀਟਲ ਤੁਹਾਡੇ ਨਾਲੋਂ ਵੱਡਾ ਬਣਾ ਕੇ ਵਿਖਾ ਲਾਂਗਾ। 5 ਸਾਲਾਂ ਦੇ ਵਿੱਚ ਇਹ ਮੇਰਾ ਚੈਲੰਜ ਹੈ ਤੁਹਾਨੂੰ ਕਿ 5 ਸਾਲਾਂ ਦੇ ਵਿੱਚ ਆ ਬੱਚੀ ਦੀ ਮੈਂ ਕਸਮ ਆ ਜੇ ਲਾਏ ਹੋਏ ਤੁਹਾਡੇ ਵੱਲੋਂ ਲਾਏ ਹੋਏ ਗੁੱਟ ਦੀ ਕਸਮ ਖਾ ਕੇ ਕਹਿੰਦਾ ਕਿ ਜੇਕਰ 2-3 ਸਾਲਾਂ ਦੇ ਵਿੱਚ ਇੱਕ 100 ਰੁਪਏ ਤੋਂ ਸੰਸਥਾ ਸ਼ੁਰੂ ਕਰਕੇ ਔਰ 22 ਕਰੋੜ ਦਾ ਹਸਪੀਟਲ 300 ਬੈੱਡ ਬਣਾ ਸਕਦਾ ਨਾ, ਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹ ਹਸਪੀਟਲ 3000 ਬੈੱਡ ਦਾ ਬਣਾ ਕੇ ਵਿਖਾ ਲਾਂਗਾ। ਬੱਚੀ ਦੀ ਕਸਮ ਖਾਧੀ ਆ। 5 ਸਾਲਾਂ ਦੇ ਵਿੱਚ 3000 ਬੈੱਡ ਦਾ ਬਣਾਵਾਂਗਾ। 3000 ਬੈੱਡ ਦਾ ਇਹ ਹਸਪੀਟਲ। ਮੈਂ ਨਹੀਂ, ਫਿਰ ਮੇਰੇ ਮੂੰਹ ਚੋਂ ਚਲੋ ਮੈਂ ਇਮੋਸ਼ਨਲ ਹੋਇਆ, ਮੈਂ ਨਿਕਲਿਆ ਸਾਰੇ ਵੀਰਾਂ ਦੇ ਸਾਥ ਨਾਲ। ਉਹ ਬਾਬੇ ਨਾਨਕ ਦੇ ਜਿਹੜੇ 20 ਰੁਪਏ ਦਾ ਲੰਗਰ ਸੀ ਉਹਨਾਂ ਦੇ ਨਾਲ, ਔਰ NRI ਵੀਰਾਂ ਦੇ ਸਾਥ ਨਾਲ ਇਹ ਹਸਪੀਟਲ ਬਣੇਗਾ। ਔਰ ਤੁਹਾਡਾ ਹਸਪੀਟਲ ਕਿੰਨਾ ਵਾ?
1400 ਬੈੱਡਡ 1400 ਬੈੱਡਡ ਆ 98 ਰੂਮ 1400 ਬੈੱਡਡ 4 ਪ੍ਰਾਈਵੇਟ ਵਾਰਡ ਔਰ ਤੁਹਾਡੇ ਨਾਲੋਂ ਵੱਡਾ ਬਣਾ ਕੇ ਵਿਖਾ ਲਾਂਗੇ ਸਿਰਫ ਐਸ ਬੱਚੀ ਦੀ ਕਸਮ ਆ ਵੀ ਯਾਰ ਇੰਨਾ ਦੁਖੀ ਇੱਕ ਬੱਚੀ ਦਾ ਹਾਥੀ ਨਾਲੋਂ ਤੁਸੀਂ ਕੋਈ ਸ਼ਰਮ ਕਰੋ ਯਾਰ। ਉਦੋਂ ਮੈਂ ਇੱਕ ਹੋਰ ਵੀ ਤੁਹਾਨੂੰ ਵੀਰੇ ਦੱਸਾਂਗੀ ਐਤਵਾਰ ਹੀ ਉਦੋਂ ਐਤਵਾਰ ਦਾ 4 ਵਜੇ ਦਾ ਸਮਾਂ ਵਾ ਇਹ ਪੀਜੀਆਈ ਦੇ ਵਿੱਚ ਅਸੀਂ ਇਹ ਵੀ ਪਤਾ ਕਰਾਂਗੇ ਕਿ ਐਤਵਾਰ ਨੂੰ ਐਤਵਾਰ ਤਰੀਕ ਨਹੀਂ ਉਦੋਂ 26 ਤਰੀਕ 7 ਤਰੀਕ ਹੀ 26 ਤਰੀਕ ਦਾ 7ਵਾਂ ਮਹੀਨਾ ਔਰ 4 ਵਜੇ ਦਾ ਟਾਈਮ ਹੀ ਪੀਜੀਆਈ ਦੇ ਵਿੱਚ ਟਰੋਮਾ ਵਾਰਡ ਜਿਹੜਾ ਵਾ ਉੱਥੇ ਜਿਹੜਾ ਸਟਾਫ ਹੀਗਾ ਉਹਨਾਂ ਨੇ ਇਹਨਾਂ ਦੇ ਨਾਲ ਜਿਹੜੀ ਬਦਤਮੀਜ਼ੀ ਕੀਤੀ ਜਿੰਨਾ ਮਿਸਬਿਹੇਵ ਕੀਤਾ ਉਹ ਵੀ ਤੁਹਾਡੇ ਭੈਣ ਨੇ ਦੱਸਿਆ। ਇੱਕ ਬੋਟਲ ਨੂੰ ਲੱਥ ਗਿਆ ਹੋਏ ਤੇ ਭੈਣ ਬੱਚੀ ਲੈ ਕੇ ਗਈ ਆ ਅਸੀਂ ਨਾਲ 20-25,000 ਰੁਪਇਆ ਦੇ ਕੇ ਘੱਲਿਆ ਨਾਲ ਐਂਬੂਲੈਂਸ ਗਈ ਸਾਡਾ ਡਰਾਈਵਰ ਗਿਆ ਉਹਨਾਂ ਕਿਹਾ ਜੀ ਦਾ ਹੱਥ ਲੱਥ ਗਿਆ ਜੀ ਇਹਨੂੰ ਜਲਦੀ ਜਲਦੀ ਇਲਾਜ ਕਰੋ। ਫਿਰ ਇਹਨਾਂ ਨੇ ਵੀ ਕਿਹਾ ਤੇ ਮੈਂ ਵੀ ਡਾਕਟਰ ਨੂੰ ਕਿਹਾ ਕਿ ਭਾਜੀ ਜਿਵੇਂ ਤੁਸੀਂ ਹਰਜੀਤ ਸਿੰਘ ਦਾ ਕੀਤਾ ਸੀ ਹਰਜੀਤ ਸਿੰਘ ਦਾ ਹੱਥ ਜੋੜਤਾ ਸੀ ਇਹਦਾ ਵੀ ਜੋੜੋ ਹਾਂ ਕਿਉਂਕਿ ਭੇਜਿਆ ਵੀ ਅਸੀਂ ਤਾਂ ਹੀ ਵੀ ਯਾਰ ਜੋ ਹਰਜੀਤ ਸਿੰਘ ਦਾ ਹੱਥ ਜੋੜ ਸਕਦੇ ਆ ਤੇ ਐਸੇ ਬੱਚੀ ਦਾ ਵੀ ਜੋੜ ਦੇਣਗੇ। ਪਰ ਆ ਤੁਹਾਡੇ ਸਾਹਮਣੇ ਵੀਰ ਮਾਨਵਤਾ ਕੁਚਲ ਕੇ ਰੱਖ ਦਿੱਤੀ ਇਹਨਾਂ ਲੋਕਾਂ ਨੇ। ਮਨ ਭਰਦਾ ਵੀਡੀਓ ਇੰਨੀ ਜ਼ਿਆਦਾ ਦਰਦੀ ਹੈ ਮਾਸੂਮ ਵਿਚਾਰੀ ਬੱਚੀ ਮੈਂ ਯਾਰ ਬੜਾ ਅੱਗੇ ਤੱਕ ਸੋਚਣਾ ਹਾਂ ਇਹ ਬੱਚੀ ਨੇ ਹੁਣ ਵੱਡੀ ਹੋਣਾ ਵਾ ਪੜ੍ਹਨਾ ਵਾ ਯਾਰ ਇਹਨੇ ਲਿਖਣਾ ਵਾ ਕਿਹੜੇ ਹੱਥ ਨਾਲ ਲਿਖੇਗੀ ਕਿਹੜੇ ਹੱਥ ਨਾਲ ਆਪਣੇ ਸਕੂਲ 'ਚ ਜਾ ਕੇ ਲਿਖਿਆ ਕਰੇਗੀ ਕੱਲ ਨੂੰ ਇਹਨੇ ਆਪਣੇ ਬੱਚੇ ਪੈਦਾ ਕਰਨੇ ਨੇ ਕਿੱਦਾਂ ਆਪਣੇ ਬੱਚਿਆਂ ਨੂੰ ਸਾਥੀ ਨਾਲ ਆਇਆ ਕਰੇਗੀ। ਬਸ ਸ਼ਰਮ ਕਰੋ ਦਰਿੰਦੇ ਹੋ ਤੁਸੀਂ ਸਾਨੂੰ ਸਮਝ ਕੀੜੇ ਮਕੌੜੇ ਲਿਆ ਗਰੀਬ ਲੋਕਾਂ ਨੂੰ। ਠੀਕ ਹੈ ਬੱਚੀ ਗਈ ਆ ਵੱਢ ਕੇ ਹੱਥ ਫਿਰ ਤੁਸੀਂ ਹਰਜੀਤ ਸਿੰਘ ASI ਦਾ ਜਿਹੜਾ ਅਨਿਆਮ ਸਿੰਘ ਨੇ ਹੱਥ ਵੱਢਿਆ ਸੀਗਾ ਉਹਦਾ ਹੱਥ ਕਿੱਦਾਂ ਤੁਸੀਂ ਜੋੜ ਦਿੱਤਾ ਵੀ ਉਦੋਂ ਉਹਦੇ ਆਲੇ ਦੁਆਲੇ ਖਲੋ ਕੇ ਫੋਟੋਆਂ ਖਿਚਾਉਂਦੇ ਸੀ ਤੁਸੀਂ ਲੋਕ ਯਾਰ ਦੇਖੋ ਅਸੀਂ ਕੰਮ ਕਰਕੇ ਵਿਖਾ ਲਿਆ। ਔਰ ਇਹ ਵੀਡੀਓ ਪੀਜੀਆਈ ਜਿਹੜਾ ਵਾ ਇਹ ਇਹਨਾਂ ਦੇ ਮੱਥੇ ਤੇ ਕਲੰਕ ਇਹ ਬੱਚੀ ਹਮੇਸ਼ਾ ਲੱਗੀ ਰਹੇਗੀ ਵੀਡੀਓ। ਫਿਰ ਸਾਨੂੰ ਇੱਥੇ ਕਿੰਨਾ ਦੁਖੀ ਕੀਤਾ ਇਹ ਬੱਚੀ ਦਾ ਆਪਾਂ ਇੱਥੇ ਹੀ ਹੱਥ ਜੋੜਨਾ ਸੀ ਇਸ ਬੱਚੀ ਦਾ ਹੱਥ ਜਿਹੜਾ ਵਾ ਆਪਾਂ ਆਪਣੇ ਹਸਤਾਂ 'ਚ ਜੋੜਨਾ ਸੀ। ਜੇਕਰ ਮੇਰੇ ਤੇ ਪਰਚਾ ਨਾ ਕੀਤਾ ਹੁੰਦਾ ਤੇ 17 ਜਾਣਿਆਂ ਦੇ ਪਰਚਾ ਨਾ ਕੀਤਾ ਹੁੰਦਾ ਜੇ ਪੁਲਿਸ ਨੇ ਇੱਥੇ ਆ ਕੇ ਸਾਨੂੰ ਡਿਸਟਰਬ ਨਾ ਕੀਤਾ ਹੁੰਦਾ ਜੇ ਹਸਪਤਾਲ ਬੰਦ ਨਾ ਕੀਤਾ ਹੁੰਦਾ ਜੇ ਇਹਨੂੰ ਸੀਲ ਨਾ ਕੀਤਾ ਹੁੰਦਾ ਹਸਪਤਾਲ ਨੂੰ ਕਿਉਂਕਿ ਉਸ ਤੋਂ ਬਾਅਦ ਸਾਡੇ ਸਾਰੇ ਡਾਕਟਰ ਡਰ ਗਏ ਅੱਧਾ ਸਟਾਫ ਆਇਆ ਨਹੀਂ ਕੁਝ ਡਾਕਟਰ ਆ ਗਏ ਕੁਝ ਆਏ ਨਹੀਂ ਜਿਹੜੇ ਕ੍ਰਿਟੀਕਲ ਕੇਅਰ ਵਾਲੇ ਡਾਕਟਰ ਸੀ ਉਹ ਆਏ ਨਹੀਂ ICU ਬੰਦ ਹੋ ਗਿਆ ਤਾਂ ਕਰਕੇ ਬੱਚੀ ਨੂੰ ਅੱਗੇ ਭੇਜਣਾ ਪਿਆ ਨਹੀਂ ਤਾਂ ਇਸ ਬੱਚੀ ਦਾ ਇਸੇ ਹੀ ਹਸਪਤਾਲ ਦੇ ਵਿੱਚ ਆਪਾਂ ਹੱਥ ਜੋੜਨਾ ਸੀਗਾ। ਬੜਾ ਵੀਡੀਓ ਬੜਾ ਦੁੱਖ ਲੱਗਦਾ ਹੈ ਮੈਂ ਤਾਂ ਕਹਿੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਮੈਂ ਉਹਨਾਂ ਪੱਤਰਕਾਰ ਵੀਰਾਂ ਨੂੰ ਵੀ ਕਹਾਂ ਅੱਜ ਬਣਨ ਕਿ ਅਗਰ ਇੱਕ ASI ਦਾ ਹੱਥ ਜੁੜ ਸਕਦਾ ਹੈ ਤੇ ਇਹ ਬੱਚੀ ਦਾ ਨਾਂ ਕੀ ਇਹ ਮਨਪ੍ਰੀਤ ਦਾ ਹੱਥ ਕਿਉਂ ਨਹੀਂ ਜੁੜਿਆ। ਅਗਰ ਇੱਕ ASI ਪੰਜਾਬ ਪੁਲਿਸ ਦਾ ASI ਹਰਜੀਤ ਸਿੰਘ ਦਾ ਹੱਥ ਜੁੜ ਸਕਦਾ ਹੈ ਤੇ ਇੱਕ ਬਾਲੜੀ ਗਰੀਬ ਪਰਿਵਾਰ ਦੀ ਬਾਲੜੀ ਮਨਪ੍ਰੀਤ ਦਾ ਹੱਥ ਕਿਉਂ ਨਹੀਂ ਜੁੜਿਆ ਇਹ ਸਵਾਲ ਆ ਸਾਡਾ। ਪਰ ਇਹ ਟੋਟਲੀ ਤੁਸੀਂ ਬਸ਼ਰਮ ਹੋ ਚੁੱਕੇ ਜੇ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਮੈਨੂੰ ਇਹ ਵੀ ਪਤਾ ਕਿ ਮੈਂ ਖਪਣ ਡਿਆ ਪਰ ਮੈਂ ਖਪਣ ਪਤਾ ਕਿਉਂ ਡਿਆ ਸਿਰਫ ਇਸ ਬੱਚੀ ਵੱਲ ਵੇਖ ਕੇ ਇਹ ਬੱਚੀ ਦੇ ਹੱਥ ਵੱਲ ਵੇਖ ਕੇ ਸ਼ਾਇਦ ਇਹਦੀ ਮਾਂ ਨੂੰ ਵੀ ਇਹ ਅਹਿਸਾਸ ਨਾ ਹੋਏ ਕਿ ਇਹ ਬੱਚੀ ਦਾ ਜਿਹੜਾ ਜੀਵਨ ਆ ਕਿੰਨਾ ਕਸ਼ਟ ਕਿੰਨਾ ਔਖਾ ਵਾ ਹੁਣ ਅੱਗੇ ਸ਼ਾਇਦ ਯਾਰ ਇਹਦਾ ਹੱਥ ਚੱਲਦਾ ਹੁੰਦਾ ਸੱਜੇ ਹੱਥ ਵੜਦਾ ਸ਼ਾਇਦ ਪੜ੍ਹ ਲਿਖ ਕੇ ਕੁਝ ਵਿਚਾਰੀ ਚੰਗੀ ਪੋਸਟ ਤੇ ਬਣ ਜਾਂਦੀ ਕੋਈ ਡਾਕਟਰ ਬਣਦੀ ਕੋਈ ਅਫਸਰ ਬਣਦੀ ਚਲੋ ਨਾ ਵੀ ਕੁਝ ਨਹੀਂ ਸਿਲਾਈ ਸਲੂਈ ਕਰ ਲੈਂਦੀ ਸਿਲਾਈ ਸਿੱਖ ਲੈਂਦੀ ਪਰ ਸਿਲਾਈ ਵੀ ਨਹੀਂ ਕਰ ਸਕਦੀ ਨਹੀਂ ਸਰ ਇੱਕ ਸੱਜਾ ਹੱਥ ਯਾਰ 3 ਘੰਟੇ ਬੱਚੀ ਨੂੰ ਚੈੱਕ ਹੀ ਨਹੀਂ ਕੀਤਾ PGI ਵਾਲਿਆਂ ਨੇ 3 ਘੰਟੇ ਆ ਦਿਖਾ ਦਿਓ ਜਰਾ ਰੱਖੋ ਭੈਣ ਜੀ ਦੱਸਿਓ ਕਿੰਨਾ ਚਿਰ ਉੱਥੇ ਤੁਹਾਡੇ ਨਾਲ ਕੀ ਬਿਹੇਵੀਅਰ ਹੋਇਆ ਉੱਥੇ ਕੀ ਕਹਿੰਦੇ ਸੀ ਤੁਹਾਨੂੰ ਇਹ ਕਹਿੰਦੇ ਸੀ ਕਿ ਹਜੇ ਮੈਂ ਦੂਸਰਾ ਪੇਸ਼ੈਂਟ ਵੇਖਾਂਗੇ ਤੇ ਹਜੇ ਮੈਂ ਬੱਚੀ ਨੂੰ ਬਾਅਦ ਚ ਵੇਖਾਂਗੇ ਤੇ ਇਹਨਾਂ ਨੇ 2 ਘੰਟੇ ਕਹਿੰਦੇ ਹਜੇ ਫੜ ਕੇ ਰੱਖਿਆ ਤੇ ਬਾਅਦ ਚ ਆਂਦੇ ਵੀ ਮੈਂ ਪੇਸ਼ੈਂਟ ਵੇਖ ਕੇ ਫੇਰ ਹੀ ਬੱਚੇ ਨੂੰ ਹੱਥ ਪਾਵਾਂਗੇ। ਜਦੋਂ ਪੇਸ਼ੈਂਟ ਵੇਖ ਕੇ ਹੱਥ ਪਾਇਆ ਤੇ ਫਿਰ ਬਾਅਦ ਚੋਂ ਫਿਰ ਇਹਨਾਂ ਨੇ ਬਾਂਹ ਮੂੰਹ ਖੋਲ ਕੇ ਪਹਿਲੇ ਸਾਰੇ ਡਾਕਟਰ ਨੂੰ ਬੁਖਾਇਆ ਫਿਰ ਇਹਨਾਂ ਨੇ ਹੱਥ ਨਹੀਂ ਸਹੀ ਤਰ੍ਹਾਂ ਜੋੜਿਆ ਉਸੇ ਤਰ੍ਹਾਂ ਲਟਕਾ ਛੱਡਿਆ।
ਤੇ ਬੱਚੇ ਬਹੁਤ ਤਕਲੀਫ 'ਚ ਆ ਗਏ ਤੇ ਮੈਨੂੰ ਘਬਰਾਹਟ ਹੋਣ ਲੱਗੀ ਤੇ ਬਾਅਦ 'ਚ ਫਿਰ ਇਹਨੇ ਡਾਕਟਰਾਂ ਨੇ ਕਿਹਾ ਤੇ ਇਹਨਾਂ ਨੇ ਫਿਰ ਜਾ ਕੇ ਉੱਥੇ ਅਲਟਰਾਸਾਊਂਡ ਐਕਸਰਾ ਕਰਕੇ ਵਗੈਰਾ ਲਾਇਆ ਤੇ ਫਿਰ ਸਮਾਨ ਵਗੈਰਾ ਲਿਖਾਇਆ ਤੇ ਬਸ ਫਿਰ ਕਹਿੰਦੇ 10 ਵਜੇ ਤੋਂ ਪਹਿਲਾਂ ਆਪਰੇਸ਼ਨ ਨਹੀਂ ਹੋਣਾ, ਪਹਿਲੇ ਪੇਸ਼ੈਂਟ ਦੇ ਦੂਸਰੇ ਦਾ ਆਪਰੇਸ਼ਨ ਕਰਨਾ। ਔਰ ਆ ਬੱਚੀ ਦਾ ਮੈਂ 3 ਦਿਨ ਪਹਿਲਾਂ ਵੀਡੀਓ ਪਾਈ ਹੈਗੀ ਔਰ ਬੱਚੀ ਦਾ ਹੱਥ ਜਿਹੜਾ ਸੀਗਾ ਟੋਕੇ ਵਿੱਚ ਆ ਗਿਆ ਸੀਗਾ। ਵੇਖੋ ਹੁਣ ਇਸ ਹੱਥ ਨਾਲ ਬੱਚੀ ਦੁੱਧ ਪੀ ਰਹੀ ਆ। ਮੈਂ ਇੱਕ ਚੀਜ਼ ਤੁਹਾਨੂੰ ਦਿਖਾਣਾਗਾ ਭਾਜੀ, ਛੱਡ ਦਿਓ ਆਪਣਾ ਹੱਥ ਮੜਾ ਜਾ। ਆ ਦੇਖ, ਇੱਕ ਹੱਥ ਦੇ ਨਾਲ ਆਪਣੇ ਕੋਮਲ ਜੇ ਹੱਥ ਦੇ ਨਾਲ ਵੇਖੋ ਇਹਨੇ ਬੋਤਲ ਫੜੀ ਆ ਔਰ ਦੁੱਧ ਪੀ ਰਹੀ ਆ ਆਪਣੇ ਇਸ ਹੱਥ ਨਾਲ। ਔਰ ਅਗਰ ਆ ਵੀ ਹੱਥ ਹੁੰਦਾ ਤੇ ਸ਼ਾਇਦ ਇਸ ਬੋਤਲ ਨੂੰ ਦੋਨਾਂ ਹੀ ਹੱਥਾਂ ਨਾਲ ਇਹਨੇ ਫੜਿਆ ਹੁੰਦਾ। ਮਤਲਬ ਇਹ ਗੱਲਾਂ ਵੀਰੇ ਬੜੀਆਂ ਇਮੋਸ਼ਨਲ ਨੇ, ਸਮਝਣ ਵਾਲੀਆਂ ਨੇ, ਬੜਾ ਦੁਖਦਾਇਕ ਆ ਇਹ ਜਿਹੜਾ ਹੋਇਆ ਹੈ। ਫਿਰ ਮੇਰਾ ਇੱਕ ਸਵਾਲ ਆ ਕਿ ਅਗਰ ਇਹੋ ਹੀ ਕਿਤੇ ਕਿਸੇ ਮੰਤਰੀ ਦੇ ਬੱਚੇ ਦਾ ਹੱਥ ਟੋਕੇ 'ਚ ਆਇਆ ਹੁੰਦਾ, ਏਦਾਂ ਹੀ ਕਿਸੇ ਅਫਸਰ ਦਾ ਹੱਥ ਟੋਕੇ 'ਚ ਆਇਆ ਹੁੰਦਾ, ਏਦਾਂ ਹੀ ਕਿਸੇ ਉਸ ਟਾਈਮ ਤੇ ਜਿਹੜੇ ਪੀਜੀਆਈ ਦੇ ਵਿੱਚ ਡਾਕਟਰ ਸੀਗੇ ਉਹਨਾਂ ਦੇ ਕਿਸੇ ਬੱਚੇ ਦਾ ਹੱਥ ਟੋਕੇ 'ਚ ਆਇਆ ਹੁੰਦਾ ਤੇ ਕੀ ਗੱਲ ਉਹ ਨਾ ਜੋੜਦੇ ਹੱਥ? ਉਹਨਾਂ ਨਹੀਂ ਆਪਣੇ ਬੱਚੇ ਦਾ ਹੱਥ ਜੜਵਾਉਣਾ, ਉਹਨਾਂ ਉੱਚੀ ਚੀਕਾਂ ਮਾਰਨੀਆਂ ਸੀਗੀਆਂ ਕਿ ਮੇਰੇ ਬੱਚੇ ਨੂੰ ਬਚਾਓ। ਪਰ ਇਹਨਾਂ ਵਾਸਤੇ ਨਹੀਂ ਆ। ਉਹ ਯਾਰ ਸਾਡੇ ਦੇਸ਼ 'ਚੋਂ ਹਿਊਮੈਨਿਟੀ ਵੈਸੇ ਮਰ ਚੁੱਕੀ ਹੈ, ਲੋਕਾਂ 'ਚੋਂ ਮਾਨਵਤਾ ਵੈਸੇ ਖਤਮ ਹੋ ਚੁੱਕੀ ਹੈ। ਕਿਸੇ ਨੂੰ ਕਿਸੇ ਨਾਲ ਮਤਲਬ ਨਹੀਂ। ਜੇ ਹੁਣ ਅਸੀਂ ਕਰਦੇ ਨਹੀਂ ਆ ਕੋਈ ਗੱਲ ਨਹੀਂ, ਜੇ ਹੁਣ ਅਸੀਂ ਸੇਵਾ ਕਰਨ ਵੀ ਡਏ ਆ, ਮੰਨ ਲਓ ਹਸਪੀਟਲ ਬਣਾ ਦਿੱਤਾ ਯਾਰ, ਦੇਖੋ 2-3 ਸਾਲਾਂ 'ਚ 22 ਕਰੋੜ ਦਾ ਹਸਪੀਟਲ ਬਣਾਤਾ, ਇੱਥੋਂ ਕਿੰਨੇ ਲੋਕ ਇਲਾਜ ਕਰਵਾ ਰਹੇ ਨੇ। ਗੋਡੇ ਜਿਹੜੇ 6-6 ਲੱਖ ਰੁਪਏ ਦੇ ਗੋਡੇ ਬਦਲਦੇ ਨੇ, ਦੋਵੇਂ ਗੋਡੇ ਆਪਾਂ ਲਗਭਗ ਫ੍ਰੀ ਆਫ ਕਾਸਟ ਬਦਲਦੇ ਆ। ਦੂਰਬੀਨ ਦੇ ਨਾਲ ਕੈਂਸਰ ਦੇ ਪ੍ਰਸ਼ਨ ਕਰਦੇ ਆ, ਪੈਂਡਿਕਸ ਦੇ, ਬੱਚੇਦਾਨੀਆਂ ਦੇ ਪ੍ਰਸ਼ਨ ਦੂਰਬੀਨ ਦੇ ਨਾਲ ਕਰਦੇ ਆ, ਬੱਚੇਦਾਨੀ ਦੀ ਕੈਂਸਰ, ਹਰਨੀਆਂ ਦੀ ਕੈਂਸਰ, ਪਿੱਤੇ ਦੀ ਕੈਂਸਰ, ਔਰ ਇੰਨੇ ਵੱਡੇ ਲੈਵਲ ਤੇ ਆਪਾਂ ਵਰਕ ਕਰ ਰਹੇ ਆ। ਪਰ ਲੋਕ ਪਤਾ ਨਹੀਂ, ਲੋਕਾਂ ਦੀ ਮਾਨਵਤਾ ਹੀ ਖਤਮ ਹੋ ਗਈ। ਸਾਨੂੰ ਕਿੰਨਾ ਪਰੇਸ਼ਾਨ ਕੀਤਾ ਪਿੱਛੇ ਜੀ, ਪ੍ਰਸ਼ਾਸਨ ਵੱਲੋਂ ਕਿੰਨਾ ਤੰਗ ਕੀਤਾ। ਉਹ ਤੰਗ ਕਰਨ ਕਰਕੇ ਬੱਚੀ ਦਾ ਹੱਥ ਨਹੀਂ ਜੋੜ ਸਕੇ ਤੇ ਅੱਗੇ ਭੇਜਿਆ ਜਿੱਥੇ ਨੁਕਸਾਨ ਹੋ ਗਿਆ। ਹਾਂਜੀ, ਔਰ ਫਿਰ ਵੀ ਕਈ ਕੁੱਤੇ ਬਿੱਲੇ ਭੌਂਕੀ ਜਾਂਦੇ ਨੇ, ਕਈ ਬਕਵਾਸ ਕਰਦੇ ਨੇ ਜੀ ਐ ਉਹ ਕੋਈ ਸ਼ਰਮ ਕਰੋ ਯਾਰ। ਮੈਂ ਤੇ ਕਹਿੰਦਾ ਯਾਰ ਇਹ ਸਾਡਾ ਟੋਟਲ ਸਮਾਜ ਜਿਹੜਾ ਵਾ ਇਹਦੇ ਵਿੱਚ ਕੁਝ ਇਦਾਂ ਦੇ ਲੋਕ ਨੇ ਜਿਹੜੀਆਂ ਇੰਨੀਆਂ ਕਾਲੀਆਂ ਭੇਡਾਂ ਨੇ, ਬਸ ਜਿਹੜੇ ਲੋਕ ਮਤਲਬ ਇਦਾਂ ਕੰਮ ਕਰਦੇ ਆ। ਵੇਖੋ ਜਿੰਨਾ ਪਿੱਛੇ ਐਪੀਸੋਡ ਹੋਇਆ ਨਾ, ਉਹ ਸਾਰਾ ਹੀ ਮਤਲਬ ਸ਼ਰਾਰਤੀ ਅਨਸਰਾਂ ਦੀ ਦੇਣ ਹੈ। ਚਲੋ ਖੈਰ, ਮੈਂ ਬੱਚੀ ਚਾਹੀ ਕੋਈ ਗੱਲ ਨਹੀਂ। ਪਰ ਮੈਂ ਵੀਰੇ ਹੋਰ ਗੱਲ ਤੁਹਾਨੂੰ, ਚਲੋ ਮੈਂ ਆਪਣਾ ਮੇਰਾ ਮਨ ਸੀਗਾ, ਮੈਂ ਆ ਚੈੱਕ ਲੈ ਕੇ ਆਇਆ ਹਾਂ। ਮੈਂ ਇਸ ਬੱਚੀ ਦੇ ਨਾਲ ਐਫਡੀ ਕਰਾਉਣੀ ਆ 10 ਸਾਲ ਦੀ, 10 ਸਾਲਾਂ ਦੀ ਮੈਂ ਐਫਡੀ ਕਰਾਵਾਂਗਾ। ਆ ਇੱਕ ਚੈੱਕ ਮੈਂ ਦਿੱਤਾ ਹੈ ਬੱਚੀ ਨੂੰ 51,000 ਰੁਪਏ ਦਾ। ਇੱਕ ਚੈੱਕ ਮੈਂ ਹੁਣ 1 ਲੱਖ ਰੁਪਏ ਦਾ ਦੇਣਾ ਹੈ ਇਸ ਬੱਚੀ ਨੂੰ। 51,000 ਦਾ ਮੈਂ ਚੈੱਕ, ਮੈਂ ਚਲੋ ਮੈਂ ਵੀਡੀਓ ਬਣਾਉਣਾ ਯਾਰ, ਮੈਨੂੰ ਇਹ ਚੀਜ਼ਾਂ ਤੋਂ ਆ ਕੇ ਥੋੜਾ ਜਿਹਾ ਮੈਨੂੰ ਬੁਰਾ ਲੱਗਦਾ ਕਈ ਵਾਰ, ਪਰ ਮੈਂ ਦਿਖਾਉਣਾ ਜ਼ਰੂਰ ਆ। ਦਿਖਾਵਾਂਗੇ ਤੇ ਤੁਸੀਂ ਯਾਰ ਨਾਲ ਜੁੜਦੇ ਜੇ ਔਰ ਤੁਸੀਂ ਨਾਲ ਸਾਥ ਦਿੰਦੇ ਜੇ ਤੇ ਮੈਂ ਅੱਗੇ ਚੈੱਕ ਦੇ ਲਿਆ, ਨਹੀਂ ਤੇ ਮੇਰੇ ਕੋਲ ਕੀ ਆ। ਹਾਂਜੀ, ਕੱਲਾ ਬੰਦਾ ਤਾਂ ਇੱਕ ਦਿਨ ਵੀ ਨਹੀਂ ਕਿਸੇ ਦੀ ਸੇਵਾ ਕਰ ਸਕਦਾ। ਤੇ ਆ ਮੈਂ ਸਿੰਘ ਬੱਚੀ ਨੂੰ ਬੇਟਾ ਆਲੋ ਆ ਚੱਕ ਲੈ ਲੈ ਆਲੋ ਹਾਂਜੀ, ਸਿੰਘ ਬੱਚੀ ਨੇ ਆਪਣੇ ਹੱਥ ਦੇ ਨਾਲ ਚੱਕ ਫੜਿਆ ਹੈ। ਮੈਂ ਤੁਹਾਨੂੰ ਦਿਖਾਉਂਦਾ ਹਾਂ, ਆ ਦੇਖੋ। ਔਰ ਇੱਕ ਹੱਥ ਜਿਹੜਾ ਹੈ ਲੱਥ ਚੁੱਕਾ ਹੈ ਬੱਚੀ ਦਾ। ਔਰ 51,000 ਦਾ ਮੈਂ ਚੈੱਕ ਸਿਰਫ ਮੈਂ ਆਪਣੇ ਮੇਰੇ ਮਨ ਦੀ ਇੱਛਾ, ਮੈਂ ਹੁਣ ਅਗਲੇ ਮਹੀਨੇ ਹੁਣੇ ਮੈਂ ਲੱਖ ਰੁਪਏ ਦਾ ਚੈੱਕ ਦੇਣਾ ਸੀਗਾ, ਮੇਰੇ ਮਨ 'ਚ ਆਈ ਸੀ ਆਵਾਜ਼। ਪਰ ਮੈਂ ਸੋਚਿਆ ਕਿ ਅਗਲੇ ਮਹੀਨੇ ਦੇਵਾਂਗਾ। ਤਾਂ ਕਿ ਅਸੀਂ ਵੀ ਬੜੇ ਇਸ ਟਾਈਮ ਫਾਈਨੈਂਸ਼ਲੀ ਬਹੁਤ ਟਾਈਟ ਹਾਂ, ਕਿਉਂਕਿ ਬੜਾ ਔਖਾ। ਵੇਖੋ ਵੀ ਪਿੱਛੇ ਜੇ ਪੁਲਿਸ ਨੇ ਵੀ ਕਿੰਨਾ ਇੱਥੇ ਸਾਡੇ ਨਾਲ ਧੱਕਾ ਕੀਤਾ, ਪ੍ਰਸ਼ਾਸਨ ਨੇ ਵੀ ਕੀਤਾ, ਮਰੀਜ਼ ਵੀ ਕੱਢੇ। ਇਸ ਟਾਈਮ ਮਤਲਬ ਤਨਖਾਹਾਂ ਹੁੰਦੀਆਂ ਦੇਣੀਆਂ ਪੈਣੀਆਂ ਨੇ, ਹਸਪੀਟਲ ਦੇ ਖਰਚੇ ਹੁੰਦੇ ਨੇ। ਪਰ ਹਸਪੀਟਲ 2 ਮਹੀਨੇ ਪਹਿਲਾਂ ਬੰਦ ਰਿਹਾ ਤੇ ਅਜੇ ਅੱਧਾ ਸਟਾਫ ਸਾਡਾ ਆ ਨਹੀਂ ਰਿਹਾ। ਇੰਨਾ ਡਰ ਦੇ ਨਾਲ ਸਹਿਮਗੇ। ਔਰ ਚਲੋ ਇਸ ਬੱਚੀ ਦੀ ਗਾਂ ਦੀ ਜਿੰਨੀ ਪੜ੍ਹਾਈ ਹੋਏਗੀ, ਇਸ ਬੱਚੀ ਜਿੰਨਾ ਚਿਰ ਵੀ ਪੜ੍ਹੇਗੀ। ਚਲੋ ਹੁਣ ਇੱਕ ਕੰਮ ਹੋਰ ਆ, ਆਪਾਂ ਇਹ ਟ੍ਰੇਨਰ ਘਰ ਭੇਜਾਂਗੇ ਔਰ ਦੂਜੇ ਹੱਥ ਨਾਲ ਪੈਨ ਫੜਾਉਣਾ ਸਿਖਾਵਾਂਗੇ। ਜਿਹੜਾ ਖੱਬਾ ਹੱਥ ਵਾ ਉਹਦੇ ਨਾਲ ਹੀ ਲਿਖਣਾ ਸਿਖਾਵਾਂਗੇ ਔਰ ਇਹ ਬੱਚੀ ਨੂੰ ਪੜ੍ਹਾ ਕੇ ਕੋਈ ਵਧੀਆ ਜੌਬ ਤੇ ਲਗਵਾਉਣਾ ਹੈ। ਮੇਰੀ ਇਹ ਸੋਚ ਆ, ਕਿਉਂਕਿ ਯਾਰ ਮੈਨੂੰ ਵੀ ਇਦਾਂ ਲੱਗ ਰਿਹਾ ਨਾ ਕਿ ਮੈਂ ਬੱਚੀ ਨੂੰ ਭੇਜਿਆ, ਮੈਂ ਇਸ ਬੱਚੀ ਨੂੰ ਭੇਜਿਆ, ਸ਼ਾਇਦ ਮੇਰੇ ਕੋਲੋਂ ਕੋਈ ਗਲਤੀ ਤਾਂ ਨਹੀਂ ਹੋਗੀ, ਮੈਂ ਚੰਡੀਗੜ੍ਹ ਭੇਜ ਦਿੱਤਾ। ਮੇਰੇ ਮਨ 'ਚ ਵੀ ਇਹ ਹੈ। ਪਰ
ਯਾਰ ਪਰ ਫਿਰ ਇਹ ਭੈਣ ਤੁਹਾਨੂੰ ਦੱਸੇਗੀ ਭੈਣ ਜੀ ਜਦੋਂ ਤੁਸੀਂ ਉੱਥੇ ਗਏ ਤੇ ਉਹਨਾਂ ਨੇ ਕਿੰਨੇ ਚ 3 ਘੰਟੇ ਤੁਸੀਂ ਬੱਚੀ ਨੂੰ ਚੁੱਕ ਛੱਡਿਆ ਹੱਥ 'ਚ 3 ਘੰਟੇ ਤੱਕ ਕਿਸੇ ਨੇ ਨਹੀਂ ਵੇਖਿਆ ਤੇ ਹੱਥ ਕਾਹਦਾ ਜੁੜਨਾ ਸੀਗਾ 6-7 ਘੰਟਿਆਂ ਦੇ ਵਿੱਚ ਤੇ ਹੱਥ ਜੋੜਨਾ ਹੁੰਦਾ ਵਾ ਹਾਂ ਤੇ ਜਦੋਂ 6 ਘੰਟੇ ਅਸੀਂ ਉੱਥੇ ਭੇਜਦਾ ਤੇ 7-8 8:30 ਵਜੇ ਤੱਕ ਇਹ ਵਿਚਾਰੀ ਉੱਥੇ ਪਹੁੰਚ ਲੈ ਕੇ ਬੈਠੀ ਰਹੀ ਤੇ ਜਾ ਕੇ ਦੱਸਿਆ ਵੀ ਸਾਡੇ ਡਰਾਈਵਰ ਨੇ ਤੇ ਇਹਨੇ ਕਿ ਬੱਚੇ ਦਾ ਹੱਥ ਲੱਥਾ ਜੇ ਜਲਦੀ ਸਟਾਰਟ ਕਰੋ। ਫਿਰ ਕੀ ਕੀਤਾ ਇਹਨਾਂ ਨੇ ਜਦੋਂ ਤੁਸੀਂ ਫਿਰ 2.5-3 ਘੰਟੇ ਬਾਅਦ ਤੁਸੀਂ ਕਿਹਾ ਤਾਂ ਹੋਏਗਾ ਨਾ ਕਿ ਮੇਰੀ ਬੱਚੀ ਨੂੰ ਜਲਦੀ ਕਰੋ ਇਲਾਜ। ਹਾਂਜੀ, ਮੈਂ ਕਿਹਾ ਵੀ ਤੇ ਡਰਾਈਵਰ ਨੇ ਵੀ ਕਿਹਾ ਕਿ ਬੱਚੇ ਦਾ ਹੱਥ ਲੱਗਾ ਤੇ ਉਹਨੂੰ ਛੇਤੀ ਇਲਾਜ ਹਾਂ। ਚਾਲੂ ਕਰੋ ਨਹੀਂ ਤੇ ਬੱਚੇ ਨੂੰ ਖਤਰਾ ਹੈਗਾ। ਹਾਂ ਕਹਿੰਦੇ ਫਿਰ ਇੱਕ ਪੈਸ਼ੈਂਟ ਪਹਿਲਾਂ ਅੰਦਰ ਹੈਗਾ ਫਿਰ ਉਹਦਾ ਇਲਾਜ ਕਰਾਂਗੇ ਫਿਰ ਕੁੜੀ ਦਾ ਕਰਾਂਗੇ ਤੇ ਫਿਰ ਵੀ ਇਹਨਾਂ ਨੇ ਟਾਈਮ ਪਾਵੇ ਲਾਤਾ 10 ਵਜੇ ਇਹਨਾਂ ਨੂੰ ਅੰਦਰ ਵਾੜਿਆ। ਵੇਖੋ ਵੀਰੇ ਮਾਂ ਕਹਿ ਰਹੀ ਹੈ ਵਿਚਾਰੀ ਇਸ ਬੱਚੀ ਦੀ ਔਰ ਇਹ ਹਾਲਾਤ ਨੇ ਮੈਂ ਆ ਨੇ ਅੱਜ ਦਰ ਖੁੱਲ ਕੇ ਅੱਗੇ ਚਲੀ ਜਾਓ ਔਰ ਇਹ ਚਲੋ ਮੈਂ ਯਾਰ ਮਨ ਦੁੱਖ ਜਾਂਦਾ ਹੈ ਜਦੋਂ ਇਦਾਂ ਦੀਆਂ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਹੁਣ ਵੇਖੋ ਅਸੀਂ ਵੀਡੀਓ ਵੀ ਬਣਾ ਲਈ ਆਪਣਾ ਰੋਸ ਵੀ ਵਿਖਾਤਾ ਸਾਰਾ ਕੁਝ ਪਰ ਜਿਹੜੀ ਬੱਚੀ ਦਾ ਸੱਜਾ ਹੱਥ ਲੱਥ ਗਿਆ ਉਹ ਕਿੱਦਾਂ ਪੂਰਾ ਹੋਏਗਾ। ਉਹਦੀ ਸਾਰੀ ਜ਼ਿੰਦਗੀ ਵਿਚਾਰੀ ਦੀ ਧੱਕੇ ਖਾ ਖਾ ਨਿਕਲਣੀ ਹੈ। ਤੇ ਦਲਜੀਤ ਜਿਹਨੂੰ ਮੈਂ ਨਾਲ ਦੀ ਚਲੋ ਅੱਜ ਆਏ ਵੀ ਸਾਡੇ ਕੋਲੇ ਜੀ ਔਰ ਸਾਡੀ ਸੰਸਥਾ ਦੇ ਨਾਲ ਜੁੜੇ ਜੀ ਬੱਚੇ ਦੀ ਹੋਰ ਵੀ ਚਲੋ ਸੱਜੇ ਦੇ ਘਰ ਆਏ ਨੇ ਪਰ ਮੰਨਦੇ ਚਲੋ ਖੈਰ ਚਲੋ ਕੋਈ ਅਸੀਂ ਰਲ ਮਿਲ ਕੇ ਨਹੀਂ ਸਾਰੇ ਰਲ ਮਿਲ ਕੇ ਬੱਚੀ ਦਾ ਕਰਾਂਗੇ ਕੁਝ ਨਾ ਕੁਝ। ਗੁਰਪਿਆਰਿਓ ਅੰਤ ਤੱਕ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਮੇਸ਼ਾ ਸਮਾਜ ਸੇਵੀ ਸੰਸਥਾਵਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਈਏ। ਪਰ ਅੱਜ ਕੱਲ੍ਹ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਜਿਹੀਆਂ ਨੇ, ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਕਿੰਤੂ ਵੀ ਹੁੰਦਾ ਹੈ। ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਜੋ ਸਮਾਜ ਸੇਵੀ ਸਾਨੂੰ ਗਰਾਊਂਡ ਜ਼ੀਰੋ ਦੇ ਉੱਤੇ ਵਾਕਈ ਹੀ ਕੰਮ ਕਰਦੇ ਹੋਏ, ਲੋਕ ਸੇਵਾ ਕਰਦੇ ਹੋਏ, ਲੋਕ ਭਲਾਈ ਕਰਦੇ ਹੋਏ ਨਜ਼ਰ ਆਉਂਦੇ ਨੇ, ਉਹਨਾਂ ਦਾ ਅਸੀਂ ਸਾਥ ਹਮੇਸ਼ਾ ਦਿੰਦੇ ਰਹੀਏ। ਤੇ ਨਾਲ ਹੀ ਮਰੀਆਂ ਜ਼ਮੀਰਾਂ ਵਾਲੇ ਡਾਕਟਰਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਕਿਉਂ ਨਾ ਵਿਰਾਜਮਾਨ ਹੋਵੋ, ਇਹ ਕਦੀ ਨਾ ਭੁੱਲਣਾ ਕਿ ਉਸ ਪਰਮਾਤਮਾ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਜੇਕਰ ਇੱਕ ਬੇਗੁਨਾਹ ਧੀ ਦੀ ਬਾਂਹ ਤੁਸੀਂ ਬਚਾ ਸਕਦੇ ਸੀ ਜਿਸ ਦੀ ਉਮਰ ਸਿਰਫ 18 ਮਹੀਨੇ ਦੀ ਹੈ ਤੇ ਤੁਸੀਂ ਉਸ ਦੀ ਬਾਂਹ ਅਲੱਗ ਕਰਨ ਦਾ ਗੁਨਾਹ ਕੀਤਾ ਹੈ ਤਾਂ ਤੁਹਾਨੂੰ ਪਰਮਾਤਮਾ ਕਦੇ ਮੁਆਫ ਨਹੀਂ ਕਰੇਗਾ ਤੇ ਇਸ ਵਾਸਤੇ ਜੋ ਵੀ ਜ਼ਿੰਮੇਵਾਰ ਹੋਏਗਾ ਉਸ ਨੂੰ ਆਪਣਾ ਖਾਮਿਆਜ਼ਾ ਭੁਗਤਣਾ ਜ਼ਰੂਰ ਪਵੇਗਾ। ਤੇ ਪਰਮਾਤਮਾ ਲੰਬੀ ਉਮਰ ਦੇਵੇ ਨਵਤੇਜ ਗੁੱਗੂ ਵਰਗੇ ਵੀਰਾਂ ਨੂੰ, ਗੁਰਪ੍ਰੀਤ ਸਿੰਘ ਮਿੰਟੂ ਵਰਗੇ ਵੀਰਾਂ ਨੂੰ ਜੋ ਦਿਨ ਰਾਤ ਸਮਾਜ ਸੇਵਾ ਕਰਦੇ ਨੇ, ਲੋਕਾਂ ਦਾ ਦਰਦ ਫੰਡਦੇ ਨੇ। ਤੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ NRI ਵੀਰਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਅਜਿਹੀਆਂ ਸੰਸਥਾਵਾਂ ਦਾ ਵੱਧ ਚੜ੍ਹ ਕੇ ਸਾਥ ਦਿਆ ਕਰੋ ਤਾਂ ਜੋ ਅਜਿਹੇ ਅਦਾਰੇ ਕਦੀ ਵੀ ਕਿਸੇ ਪਾਸਿਓਂ ਵਾਂਝੇ ਨਾ ਰਹਿਣ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।